इस संदेश का टाइटल है परमेश्वर ਦੇ ਬੱਚਿਓ ਕੀ ਅਸੀਂ ਉਸ ਦੀ ਬਵਾ ਤੇ ਨਿਆਂ ਦੇ ਵਿਰੁੱਧ ਸੁਰੱਖਿਅਤ ਹਾਂ। ਇਹ ਸੰਦੇਸ਼ ਪਰਮੇਸ਼ਰ ਦੇ ਬੰਦੇ ਭਾਈ ਡਾਲਟਨ ਬਰੂਸ ਦੇ ਦੁਆਰਾ 1 ਮਈ 2020 ਨੂੰ ਬੈਤਲ ਦ ਹਾਊਸ ਆਫ ਗॉड ਟ੍ਰਿਨਿਡਾਡ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇੱਥੇ ਇੱਕ ਲੇਖ ਡੀ ਹੈ ਜੋ ਕਿ ਹਾਲੇ ਵੀ ਇਸ ਚੱਲ ਰਹੇ ਧੋਖੇ ਤੇ ਵਿਚਾਰ ਕਰ ਰਿਹਾ ਹੈ ਅਤੇ ਇਹ ਲੇਖ ਪਵਿੱਤਰ ਆਤਮਾ ਵਚਨ ਹੈ ਦੇ ਸੰਬੰਧ ਵਿੱਚ ਹੈ। ਪਰਮੇਸ਼ਰ ਦੇ ਬੱਚਿਓ ਕੀ ਅਸੀਂ ਧਿਆਨ ਦੇ ਕੇ ਵਿਚਾਰ ਕੀਤਾ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪਿਆਰ ਅਤੇ ਬੜੇ ਹੀ ਧਿਆਨ ਦੇ ਨਾਲ ਛੋਟੇ ਵਿਚਾਰ ਵਟਾਂਦਰੇ ਅਤੇ ਥੋੜ੍ਹੀਆਂ ਸਲਾਹਾਂ ਨੂੰ ਸੁਣਿਆ ਹੋਵੇਗਾ। ਇੱਥੋਂ ਤੱਕ ਕਿ ਇਹ 5 ਮੂਰਖ ਤੇ 5 ਚਾਤਰ ਕੁਆਰੀਆਂ ਵਾਸਤੇ ਵੀ ਸੀ। ਹੁਣ 5 ਮੂਰਖ ਤੇ 5 ਚਾਤਰਾਂ ਦੇ ਵਿੱਚ ਅੰਤਰ ਇਹ ਸੀ ਕਿ 5 ਚਾਤਰਾਂ ਨੇ ਆਪਣੀਆਂ ਮਿਸ਼ਾਲਾਂ ਵਿੱਚ ਤੇਲ ਲਿਆ ਅਤੇ 5 ਜੋ ਮੂਰਖ ਸਨ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਦੁਲਹੇ ਨੂੰ ਮਿਲਣ ਲਈ ਉਹਨਾਂ ਦੇ ਕੋਲ ਕਾਫੀ ਤੇਲ ਹੈ। ਹੁਣ 5 ਮੂਰਖ ਤੇ 5 ਚਾਤਰ ਦੇ ਦਰਮਿਆਨ ਵੱਡੀ ਸਮੱਸਿਆ ਤੇਲ ਦੀ ਸੀ ਅਤੇ ਸਾਰੇ ਪਵਿੱਤਰ ਸ਼ਾਸਤਰ ਦੇ ਵਿੱਚ ਤੇਲ ਪਰਮੇਸ਼ਰ ਦੇ ਆਤਮਾ ਨੂੰ ਦਰਸਾਉਂਦਾ ਹੈ। ਮੇਰਾ ਵਿਸ਼ਵਾਸ ਹੈ ਕਿ ਤੇਲ ਨਾ ਹੋਣ ਦੇ ਕਰਕੇ ਉਹ ਮੂਰਖ ਕੁਆਰੀਆਂ ਰੈਪਚਰ ਵਿੱਚ ਨਾ ਜਾ ਸਕੀਆਂ, ਪਰ ਹਾਲੇ ਵੀ ਉਹ ਪਰਮੇਸ਼ਰ ਦੇ ਬੱਚੇ ਹਨ ਤੇ ਉਹ ਇੱਕ ਵੱਖਰੀ ਸ਼੍ਰੇਣੀ ਦੇ ਵਿੱਚ ਬਚੇ ਹੋਏ ਪਰਮੇਸ਼ਰ ਦੇ ਬੱਚੇ ਹਨ। ਉਹ ਦੁਲਹਨ ਤੋਂ ਬਾਹਰ ਹੋਣ ਦੀ ਸ਼੍ਰੇਣੀ ਵਿੱਚ ਬਚੇ ਹੋਏ ਲੋਕ ਹਨ ਅਤੇ ਉਹਨਾਂ ਨੂੰ ਉਹਨਾਂ ਦੀ ਬੇਪਰਤੀਤੀ ਨੂੰ ਦੂਰ ਕਰਨ ਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਨੂੰ ਸ਼ੁੱਧ ਕਰਨ ਦੇ ਲਈ ਕਾਫੀ ਸਮਾਂ ਦਿੱਤਾ ਜਾਵੇਗਾ ਜੋ ਉਹਨਾਂ ਨੇ ਸਦੋਮ ਤੇ ਅਮਰਾ ਤੋਂ ਲੈ ਕੇ ਆਪਣੇ ਕੋਲ ਰੱਖੇ ਹੋਏ ਸਨ। ਅਤੇ ਪ੍ਰਕਾਸ਼ ਦੀ ਪੋਥੀ 13ਵੇਂ ਅਧਿਆਏ ਦੇ ਅਨੁਸਾਰ ਜੇਕਰ ਉਹ ਦਰਿੰਦੇ ਦਾ ਨਿਸ਼ਾਨ ਆਪਣੇ ਤੇ ਨਹੀਂ ਲੈਂਦੇ ਤਾਂ ਚਿੱਟੇ ਨਿਆਂ ਦੇ ਸਿੰਘਾਸਨ ਦੇ ਅੱਗੇ ਉਹਨਾਂ ਨੂੰ ਅਨੰਤ ਜੀਵਨ ਦਿੱਤਾ ਜਾਵੇਗਾ। ਪਰ ਕਿਹੜੀ ਗੱਲ ਨੇ ਇਹਨਾਂ ਨੂੰ ਚਾਤਰ ਕੁਆਰੀਆਂ ਬਣਾਇਆ? ਲੋਕਾਂ ਦਾ ਇੱਕ ਸਮੂਹ ਵਿਸ਼ਵਾਸੀ ਪਰਮੇਸ਼ਰ ਦੇ ਧੀਆਂ ਤੇ ਪੁੱਤਰ। ਕਿਹੜੀ ਗੱਲ ਨੇ ਇਹਨਾਂ ਲੋਕਾਂ ਨੂੰ ਚਾਤਰ ਬਣਾਇਆ? ਹੁਣ ਬੁੱਧ ਹੀ ਤੁਹਾਨੂੰ ਬੁੱਧਵਾਨ ਬਣਾਉਂਦੀ ਹੈ। ਉਹ ਲੋਕ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਪ੍ਰਤੀ ਪਰਮੇਸ਼ਰ ਦੇ ਮੋਹਰ ਦੇ ਪ੍ਰਤੀ ਬੁੱਧਵਾਨ ਸਨ ਅਤੇ ਉਹਨਾਂ ਨੇ ਇਸ ਗੱਲ ਨੂੰ ਕਦੇ ਵੀ ਇੱਦਾਂ ਨਹੀਂ ਲਿਆ ਕਿ ਉਹਨਾਂ ਦੇ ਕੋਲ ਪਵਿੱਤਰ ਆਤਮਾ ਸਿਰਫ ਵਚਨ ਦੇ ਦੁਆਰਾ ਜਾਂ ਸਿਰਫ ਕੰਪਨੀਆਂ ਦੇ ਦੁਆਰਾ ਜਾਂ ਫਿਰ ਪਰਾਈ ਭਾਖਿਆ ਬੋਲਣ ਦੁਆਰਾ ਜਾਂ ਆਤਮਾ ਦੇ ਫਲ ਪੈਦਾ ਕਰਨ ਦੇ ਦੁਆਰਾ ਹੈ। ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਲੋਕਾਂ ਵਾਂਗ ਬੁੱਧਵਾਨ ਬਣਾਇਆ ਜਿੱਦਾਂ ਕਿ ਉਹ ਲੋਕ ਪੈਂਤੇਕੁਸਤ ਦੇ ਦਿਨ ਦੇ ਉੱਪਰ ਸਨ, ਜਦ ਕਿ ਕਈ ਹੋਰ ਜਣੇ ਉੱਪਰਲੇ ਚੁਬਾਰੇ ਵਿੱਚ ਨਹੀਂ ਆਏ ਅਤੇ ਉਹ ਇਹ ਸੋਚ ਕੇ ਉੱਥੋਂ ਚਲੇ ਗਏ ਕਿ ਉਹ ਤਿਆਰ ਹਨ, ਪਰ ਉਹਨਾਂ ਵਿੱਚੋਂ 120 ਜਣੇ ਬੁੱਧਵਾਨ ਸਨ ਅਤੇ ਉਹ ਪਰਮੇਸ਼ਰ ਦੇ ਵਚਨ ਦੇ ਲਈ ਬੁੱਧਵਾਨ ਸਨ ਤੇ ਇਹ ਜਾਣਦੇ ਸਨ ਕਿ ਉਹਨਾਂ ਦੇ ਕੋਲ ਪਰਮੇਸ਼ਰ ਦਾ ਵਚਨ ਹੈ ਅਤੇ ਉਹ ਵਚਨ ਦਾ ਵਿਸ਼ਵਾਸ ਕਰਦੇ ਹਨ। ਪਰ ਮਹਾਨ ਬੁੱਧ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਉਹਨਾਂ ਨੂੰ ਪੈਂਤੇਕੁਸਤ ਤੱਕ ਜਾਣ ਦੀ ਜ਼ਰੂਰਤ ਹੈ, ਜਿਵੇਂ ਕਿ ਪ੍ਰਭੂ ਨੇ ਇਹਦਾ ਹੁਕਮ ਦਿੱਤਾ ਸੀ ਕਿ ਯਰੂਸ਼ਲਮ ਦੇ ਵਿੱਚ ਠਹਿਰੇ ਰਹੋ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਹਾਸਲ ਨਾ ਕਰ ਲਵੋ। ਉਹ ਜਾਣਦੇ ਸਨ ਕਿ ਵਚਨ ਇੱਕ ਗੱਲ ਹੈ ਜੋ ਕਿ ਮਹਾਨ ਹੈ, ਜੋ ਕਿ ਸ਼ਕਤੀਸ਼ਾਲੀ ਹੈ, ਪਰ ਉਹ ਇਹ ਜਾਣਦੇ ਸਨ ਕਿ ਪੈਂਤੇਕੁਸਤ ਵਾਲੇ ਦਿਨ ਜਦੋਂ ਸਾਮਰਥ 120 ਜਾਣਿਆਂ ਦੇ ਉੱਪਰ ਆਈ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਗਵਾਹ ਠਹਿਰੇ ਜਿਵੇਂ ਕਿ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਕੀ ਸਾਨੂੰ ਇੱਕ ਵਿਸ਼ਵਾਸੀ ਹੋਣ ਦੇ ਵਜੋਂ ਆਪਣੀਆਂ ਅੱਖਾਂ ਖੋਲ੍ਹਣੀਆਂ ਨਹੀਂ ਚਾਹੀਦੀਆਂ ਅਤੇ ਲਿਖਤਾਂ ਦੀ ਜਾਂਚ ਕਰਨੀ ਨਹੀਂ ਚਾਹੀਦੀ ਅਤੇ ਉੱਦਾਂ ਹੀ ਕਰਨਾ ਨਹੀਂ ਚਾਹੀਦਾ ਜਿੱਦਾਂ ਕਿ ਸਾਡੇ ਪ੍ਰਭੂ ਯਿਸੂ ਨੇ ਕਿਹਾ ਹੈ, ਬਜਾਏ ਇਸ ਦੇ ਕਿ ਅਸੀਂ ਕਿਸੇ ਸਿਧਾਂਤ ਦੇ ਮਗਰ ਲੱਗੀਏ ਜਾਂ ਫਿਰ ਕਿਸੇ ਆਪਣੇ ਪਿਆਰੇ ਭਰਾ ਦੇ ਕਿਸੇ ਤਰਜਮੇ ਦੇ ਮਗਰ ਲੱਗੀਏ ਜਿਹਦੇ ਕੋਲ ਸਮੇਂ ਦੀ ਘਾਟ ਹੋਵੇ ਤੇ ਉਹ ਸੋਚਦਾ ਹੋਵੇ ਕਿ ਪਰਮੇਸ਼ਰ ਦੇ ਮਸਾ ਕੀਤੇ ਹੋਏ ਸੇਵਾਦਾਰ ਦੇ ਕੋਲੋਂ ਬਹਾਲ ਕੀਤਾ ਹੋਇਆ ਮਹਾਨ ਵਚਨ ਸੁਣਨ ਦੇ ਕਰਕੇ ਉਸ ਦੇ ਕੋਲ ਪਵਿੱਤਰ ਆਤਮਾ ਹੈ ਅਤੇ ਇਹ ਵਚਨ ਇੰਨਾ ਕੁ ਗਤੀਸ਼ੀਲ, ਇੰਨਾ ਕੁ ਸ਼ਕਤੀਸ਼ਾਲੀ ਤੇ ਇੰਨਾ ਸੱਚਾ ਹੈ ਕਿ ਉਹ ਇਸ ਨੂੰ ਪਰਮੇਸ਼ਰ ਦੀ ਮੋਹਰ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਕਰਕੇ ਮੰਨਦਾ ਹੈ। ਜੇਕਰ ਇਹ ਕਿਸੇ ਪ੍ਰਤੀਬਿੰਬ ਦਾ ਕਾਰਨ ਬਣਦਾ ਹੈ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਹਾਂ। ਮੈਂ ਉਹਨਾਂ ਵਚਨ ਦੇ ਵਿਸ਼ਵਾਸੀਆਂ ਨੂੰ ਬੋਲ ਰਿਹਾ ਹਾਂ ਜੋ ਸੁਣਨਾ ਚਾਹੁੰਦੇ ਹਨ ਕਿ ਇਹ ਆਦਮੀ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਅਤੇ ਕਈ ਹੋਰ ਲਿਖਤਾਂ ਨੂੰ ਜਿਨ੍ਹਾਂ ਨੂੰ ਅਸੀਂ ਵਿਸ਼ਵਾਸੀ ਬਾਈਬਲ ਦੇ ਵਿੱਚੋਂ ਕਈ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ। ਬਾਈਬਲ ਦੀਆਂ ਸਾਰੀਆਂ ਉਦਾਹਰਨਾਂ ਨੂੰ ਛੱਡ ਕੇ ਅੱਗੇ ਨਿਕਲ ਗਿਆ ਹੈ ਤੇ ਕਹਿੰਦਾ ਹੈ ਕਿ ਪੈਂਤੇਕੁਸਤ ਦਾ ਦਿਨ
वचन ते तद सामर्थ। पर चेले विश्वास करते सन कि पहला प्रभु यीशु ਅਤੇ तद सामर्थ आउंदी है ਅਤੇ सैकड़े सालों तो पहले ਸਮਿਆਂ ਦੇ ਵਿੱਚ परमेश्वर की मोहर ਨੂੰ हासिल ਕਰਨ ਦਾ ਇਹੋ ਹੀ ਤਰੀਕਾ ਸੀ। हे विश्वासियो, ਕੀ ਤੁਸੀਂ ਇਸ ਤਰਜਮੇ ਦੇ ਨਾਲ ਕਿ वचन ही पवित्र आत्मा है ਅਤੇ ਇਹ ਬਿਨਾਂ ਕਿਸੇ ਸਾਮਰਥ ਦੇ ਹੈ ਨਾਲ ਸਾਡਾ ਨਿਆਂ ਕਰੋਗੇ? ਕਿਉਂਕਿ ਬਾਈਬਲ ਵਿੱਚ ਵਾਅਦਾ ਕੀਤਾ ਗਿਆ ਹੈ ਅਤੇ ਸਾਡੇ ਪ੍ਰਭੂ ਯਿਸੂ ਨੇ ਵੀ ਆਪ ਇਹ ਕਿਹਾ ਹੈ ਕਿ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ। ਅਤੇ ਕਈ ਹੋਰ ਲਿਖਤਾਂ ਜਿਨ੍ਹਾਂ ਨੂੰ ਅਸੀਂ ਵਿਸ਼ਵਾਸੀ ਬਾਈਬਲ ਦੇ ਵਿੱਚੋਂ ਕਈ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ। ਤੁਸੀਂ ਸਾਨੂੰ ਸਿਖਾ ਸਕਦੇ ਹੋ ਬਜਾਏ ਕਿ ਅਸੀਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰੀਏ। ਪਰ ਕੀ ਕਿਸੇ ਚੰਗੇ ਭਰਾ ਜਾਂ ਭੈਣ ਦੇ ਲਈ ਇਹ ਕਹਿਣਾ ਗਲਤ ਨਹੀਂ ਹੈ ਕਿ ਮਸਾ ਕੀਤੇ ਹੋਏ ਪ੍ਰਚਾਰਕ ਨੂੰ ਸੁਣਨ ਦੇ ਕਰਕੇ ਸਾਡੇ ਕੋਲ ਪਰਮੇਸ਼ਰ ਦੀ ਮੋਹਰ ਹੈ? ਅਸੀਂ ਠੋਸ ਸੱਚਾਈ ਸੁਣਨਾ ਚਾਹੁੰਦੇ ਹਾਂ। ਪਰ ਜੇਕਰ ਸਾਡਾ ਵੱਡਾ ਭਰਾ ਮਸਾ ਕੀਤਾ ਹੋਇਆ ਪ੍ਰਚਾਰਕ ਇਸ ਤਰ੍ਹਾਂ ਦੀ ਸਿੱਖਿਆ ਨੂੰ ਸਿਖਾਵੇਗਾ ਤਾਂ ਕਿ ਇਹ ਸਿੱਖਿਆ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕੀ ਲੋਕਾਂ ਨੂੰ ਨਾਸ਼ ਨਹੀਂ ਕਰੇਗੀ? ਹੁਣ ਪੈਂਤੇਕੁਸਤ ਦੇ ਦਿਨ ਤੋਂ ਪਹਿਲਾਂ ਜਦੋਂ ਸਾਡਾ ਪ੍ਰਭੂ ਯਿਸੂ ਜਾ ਰਿਹਾ ਸੀ, ਉਹ ਵਿਸ਼ਵਾਸੀ ਕਹਿ ਸਕਦੇ ਸਨ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਪਵਿੱਤਰ ਆਤਮਾ ਹੈ ਕਿਉਂਕਿ ਅਸੀਂ ਵਚਨ 'ਤੇ ਵਿਸ਼ਵਾਸ ਕਰਦੇ ਹਾਂ, ਅਸੀਂ ਸ਼ੁਭ ਸਮਾਚਾਰ ਦੇ ਉੱਪਰ ਵਿਸ਼ਵਾਸ ਕਰਦੇ ਹਾਂ। ਪਰ ਉਹ ਵਿਸ਼ਵਾਸੀ ਸਨ ਅਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਪ੍ਰਭੂ ਦੀ ਆਗਿਆ ਮੰਨੀ, ਯਰੂਸ਼ਲਮ ਵਿੱਚ ਠਹਿਰੇ ਰਹੋ ਅਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਤਦ ਪ੍ਰਭੂ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਸਾਮਰਥ ਮਿਲੀ। ਪਰਮੇਸ਼ਰ ਦੇ ਬੱਚਿਓ, ਬਾਈਬਲ ਦੇ ਵਿਸ਼ਵਾਸੀਓ, ਸੱਚਾਈ ਨੂੰ ਮੰਨਣ ਵਾਲੇ ਵਿਸ਼ਵਾਸੀਓ, ਕਿ ਲੋਕਾਂ ਦੇ ਵੱਲੋਂ ਇਸ ਸਿੱਖਿਆ ਨੂੰ ਕਬੂਲ ਕਰਨਾ ਇੱਕ ਧੋਖਾ ਨਹੀਂ ਹੈ। ਭਾਵੇਂ ਕਿ ਇੱਕ ਆਦਮੀ ਆਪਣੇ ਆਪ ਲਈ ਇਸ ਦਾ ਵਿਸ਼ਵਾਸ ਕਰਦਾ ਹੈ, ਪਰ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਸਿੱਖਿਆ ਨੂੰ ਵੱਡੀ ਸ਼ਕਤੀ ਦੇ ਸਾਮਰਥ ਨਾਲ ਤੇ ਸਾਡੇ ਵਿਸ਼ਵਾਸੀਆਂ ਤੱਕ ਅਤੇ ਭੀੜਾਂ ਤੱਕ ਪਹੁੰਚਾਉਣਾ ਅਤੇ ਇਹ ਕਹਿਣਾ ਕਿ ਜੋ ਵਚਨ ਤੁਹਾਡੇ ਅੰਦਰ ਹੈ ਇਹ ਹੀ ਪਵਿੱਤਰ ਪਰਮੇਸ਼ਰ ਦੀ ਮੋਹਰ ਹੈ ਅਤੇ ਹੋਰ ਵਾਅਦਿਆਂ ਦੇ ਨਾਲ ਪਵਿੱਤਰ ਆਤਮਾ ਦਾ ਬਪਤਿਸਮਾ ਹੈ ਅਤੇ ਤਦ ਕਈ ਹਜ਼ਾਰਾਂ ਜਾਂ ਕਈ ਲੱਖਾਂ ਜਾਂ ਕੁਝ ਜਾਣੇ ਇਸ ਸਿੱਖਿਆ ਦਾ ਵਿਸ਼ਵਾਸ ਕਰਨਗੇ। ਕੀ ਇਹ ਮੂਰਖ ਕੁਆਰੀਆਂ ਦੀਆਂ ਕਿਰਿਆਵਾਂ ਨਹੀਂ ਹਨ ਜਿਨ੍ਹਾਂ ਨੇ ਇਸ ਨੂੰ ਇਸ ਢੰਗ ਨਾਲ ਹੀ ਲਿਆ? ਕਿਸੇ ਆਦਮੀ ਨੇ, ਕੁਝ ਨੇਤਾਵਾਂ ਨੇ, ਕੁਝ ਮਹਾਨ ਸ਼ਕਤੀਸ਼ਾਲੀ ਅਤੇ ਪ੍ਰਭਾਵੀ ਆਦਮੀਆਂ ਨੇ ਜ਼ਰੂਰ ਹੀ ਮੂਰਖ ਕੁਆਰੀਆਂ ਨੂੰ ਦੱਸਿਆ ਹੋਵੇਗਾ ਕਿ ਹੁਣ ਤੁਹਾਡੇ ਕੋਲ ਪਵਿੱਤਰ ਆਤਮਾ ਹੈ ਕਿਉਂਕਿ ਤੁਸੀਂ ਉਸ ਵਚਨ 'ਤੇ ਵਿਸ਼ਵਾਸ ਕਰਦੇ ਹੋ ਜੋ ਤੁਸੀਂ ਦੁੱਲੇ ਤੋਂ ਸੁਣਿਆ ਹੈ। ਦੋਸਤੋ, ਕੀ ਇਹ ਇਸੇ ਤਰੀਕੇ ਨਾਲ ਵਾਪਰਿਆ? ਮੈਂ ਨਹੀਂ ਜਾਣਦਾ ਹਾਂ, ਪਰ ਮੈਂ ਉਹਨਾਂ ਪ੍ਰਗਟਾਵਿਆਂ ਨੂੰ ਵੇਖਦਾ ਹਾਂ ਜਿਨ੍ਹਾਂ ਦੇ ਕਾਰਨ ਮੂਰਖ ਕੁਆਰੀਆਂ ਨੇ ਤੇਲ ਲੈਣ ਦੇ ਵਿੱਚ ਅਣਗਹਿਲੀ ਕੀਤੀ। ਉਹਨਾਂ ਨੇ ਤੇਲ ਨੂੰ ਨਹੀਂ ਲਿਆ ਅਤੇ ਉਹਨਾਂ ਨੇ ਅਹਿਸਾਸ ਕੀਤਾ ਕਿ ਉਹਨਾਂ ਦੇ ਦੀਵੇ ਬਲਦੇ ਪਏ ਹਨ ਅਤੇ ਜਦੋਂ ਲਾੜਾ ਆਉਣ ਵਾਲਾ ਸੀ ਤਦ ਬਹੁਤ ਦੇਰ ਹੋ ਚੁੱਕੀ ਸੀ। ਜੇਕਰ ਇੱਥੇ ਅਜਿਹੇ ਭਰਾ ਹਨ ਜੋ ਇਸ ਸਿਧਾਂਤ ਨੂੰ ਅੱਗੇ ਲੈ ਕੇ ਜਾ ਰਹੇ ਹਨ ਕਿ ਗੈਰ ਜ਼ਬਾਨ ਬੋਲਣਾ ਅਤੇ ਸਿਰਫ ਫਲ ਪੈਦਾ ਕਰਨੇ, ਨਿਸ਼ਾਨਾਂ ਅਤੇ ਅਚੰਭਿਆਂ ਦੁਆਰਾ ਕੰਮ ਕਰਨੇ ਅਤੇ ਬਾਹਰ ਜਾ ਕੇ ਕਿਤਾਬਾਂ ਵੰਡਣੀਆਂ ਜਿਨ੍ਹਾਂ ਦੇ ਕੋਲ ਨਹੀਂ ਹਨ, ਇਹ ਪਵਿੱਤਰ ਆਤਮਾ ਦੇ ਹੋਣ ਦਾ ਸਬੂਤ ਹੈ ਅਤੇ ਉਹ ਲੋਕ ਕਿਤਾਬਾਂ ਵਾਸਤੇ ਇਹਨਾਂ ਭਰਾਵਾਂ ਉੱਪਰ ਨਿਰਭਰ ਹਨ ਅਤੇ ਉਹ ਹੋਰ ਕਈ ਤਰ੍ਹਾਂ ਨਾਲ ਇਸ ਵਚਨ ਨੂੰ ਫੈਲਾ ਰਹੇ ਹਨ। ਕੀ ਸਾਨੂੰ ਇਸ ਤਰ੍ਹਾਂ ਦੇ ਭਰਾ ਲਈ ਪ੍ਰਾਰਥਨਾ ਕਰਨੀ ਨਹੀਂ ਚਾਹੀਦੀ ਅਤੇ ਆਪਣੇ ਸਾਰੇ ਦਿਲੋਂ ਆਸ ਰੱਖਣੀ ਨਹੀਂ ਚਾਹੀਦੀ ਕਿ ਪਰਮੇਸ਼ਰ ਉਹਦੀ ਮਦਦ ਕਰੇ ਅਤੇ ਉਹ ਵੀ ਪਰਮੇਸ਼ਰ ਦੇ ਵਚਨ ਨੂੰ ਅਲੱਗ ਤਰੀਕੇ ਨਾਲ ਦੇਖ ਅਤੇ ਸਮਝ ਸਕੇ? ਅਤੇ ਉਸ ਭਰਾ ਦੇ ਲਈ ਵਿਸ਼ਵਾਸ ਕਰੋ ਜਿਵੇਂ ਕਿ ਅਸੀਂ ਵੀ ਉਸ ਹਰ ਇੱਕ ਲਈ ਵਿਸ਼ਵਾਸ ਕਰ ਰਹੇ ਹਾਂ ਜਿਸ ਨੂੰ ਗੁੰਮਰਾਹ ਕੀਤਾ ਗਿਆ ਹੈ, ਕਿ ਉਹ ਵੀ ਆਪਣੇ ਸਿਖਾਉਣ ਵਾਲਿਆਂ ਕੋਲ ਜਾਣ ਦੁਆਰਾ, ਆਪਣੇ ਲੀਡਰਾਂ ਦੇ ਕੋਲ ਜਾਣ ਦੁਆਰਾ ਅਤੇ ਬਾਈਬਲ ਦੇ ਵਿੱਚੋਂ ਪਰਮੇਸ਼ਰ ਦੇ ਮਸਾ ਕੀਤੇ ਹੋਏ ਵਚਨ 'ਤੇ ਧਿਆਨ ਦੇਣਗੇ ਅਤੇ ਉਹ ਸਭ ਤੋਂ ਪਹਿਲਾਂ ਉਹ ਬਾਈਬਲ ਦੀਆਂ ਸਾਰੀਆਂ ਲਿਖਤਾਂ 'ਤੇ ਮਹਾਨ ਤਰੀਕੇ ਨਾਲ ਧਿਆਨ ਦੇਣਗੇ। ਈਵਨ ਉਹ ਆਪਣੇ ਸਿਖਾਉਣ ਵਾਲਿਆਂ ਦੇ ਪਿੱਛੇ ਚੱਲਣਗੇ, ਉਹ ਜਿਹੜੇ ਵੀ ਆਫਿਸ ਵਿੱਚ ਰਹਿ ਕੇ ਉਹ ਕੰਮ ਕਰ ਰਹੇ ਹਨ। ਪਹਿਲਾਂ ਰਸੂਲ, ਅਫਸੀਆਂ ਉਹਦਾ 4 ਅਧਿਆਇ, ਫਿਰ ਨਬੀ, ਉਸਤਾਦ, ਪ੍ਰਚਾਰਕ ਅਤੇ ਪਾਸਵਾਨ। ਅਤੇ ਇਸ ਗੱਲ ਨੂੰ ਸਮਝਣਗੇ ਕਿ ਜੇਕਰ ਤੁਹਾਡੇ ਕੋਲ ਪਰਮੇਸ਼ਰ ਦੀ ਮੋਹਰ ਹੈ ਅਤੇ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੈ ਜਿੱਦਾਂ ਕਿ ਉਹਨਾਂ ਦੇ ਕੋਲ ਉਹ ਪੈਂਤੇਕੁਸਤ ਦੇ ਦਿਨ ਉੱਪਰ ਸੀ, ਤਦ ਇਹ ਜ਼ਰੂਰੀ ਹੈ ਕਿ ਇਹ ਨਿਸ਼ਾਨ ਅਤੇ ਅਚੰਭੇ ਕੰਮ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਨਗੇ। ਆਓ ਹੁਣ ਇਹੋ ਜਿਹੇ ਆਦਮੀਆਂ ਲਈ ਪ੍ਰਾਰਥਨਾ ਕਰੀਏ। ਆਓ ਇਹੋ ਜਿਹੇ ਮਹਾਨ ਲੀਡਰਾਂ ਦੇ ਲਈ ਪ੍ਰਾਰਥਨਾ ਕਰੀਏ ਕਿ ਹੋਵੇ ਕਿ ਉਹ ਪਰਮੇਸ਼ਰ ਦੇ ਬੱਚਿਆਂ ਦੀ ਸਹੀ ਅਗਵਾਈ ਕਰਨ ਤਾਂ ਕਿ ਅਸੀਂ ਰੈਪਚਰ 'ਚੋਂ ਪਿੱਛੇ ਨਾ ਰਹਿ ਜਾਈਏ। ਇਹ ਉਹੀ ਕੁਝ ਹੈ ਜੋ ਮੂਰਖ ਕੁਆਰੀਆਂ ਨਾਲ ਹੋਇਆ ਸੀ। ਉਹਨਾਂ ਨੇ ਇਸ ਗੱਲ ਨੂੰ ਇੱਦਾਂ ਕਰਕੇ ਲਿਆ ਕਿ ਉਹ ਬਸ ਠੀਕ ਠਾਕ ਹਨ। ਕੀ ਉਹਨਾਂ ਨੇ ਸੋਚਿਆ ਕਿ ਜਿਹੜਾ ਵਚਨ ਉਹਨਾਂ ਨੇ ਸੁਣਿਆ ਹੈ
ਇਹ ਪਰਮੇਸ਼ਰ ਦੀ ਮੋਹਰ ਸੀ ਅਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਦੇ ਕੋਲ ਕਾਫੀ ਤੇਲ ਹੈ। ਤੁਹਾਡੇ ਕੋਲ ਕਾਫੀ ਤੇਲ ਹੋ ਸਕਦਾ ਹੈ। ਅਸੀਂ ਪਵਿੱਤਰ ਸ਼ਾਸਤਰ ਵਿੱਚ ਇਸ ਦਾ ਅਹਿਸਾਸ ਕਰ ਸਕਦੇ ਹਾਂ, ਪਰ ਕਾਫੀ ਨਹੀਂ, ਕਿਉਂਕਿ ਇਹ ਛੋਟੇ ਜਿਹੇ ਆਕਾਰ ਤੋਂ ਸ਼ੁਰੂ ਹੁੰਦਾ ਹੈ, ਇੱਥੋਂ ਤੱਕ ਕਿ ਇੱਕ ਸ਼ਰਟ ਦੇ ਬਟਨ ਦੇ ਆਕਾਰ ਜਿੰਨਾ ਹੁੰਦਾ ਹੈ, ਅਤੇ ਫਿਰ ਇਹ ਵੱਧਦਾ ਹੈ ਜਿਵੇਂ ਯਿਸੂ ਮਸੀਹ ਆਤਮਾ ਅਤੇ ਬੁੱਧ ਅਤੇ ਗਿਆਨ ਦੇ ਵਿੱਚ ਅਤੇ ਸਰੀਰਕ ਢਾਂਚੇ ਵਿੱਚ ਵੀ ਵੱਧਦਾ ਗਿਆ। ਅਤੇ ਇਸ ਵਿੱਚ ਵਧਣ ਤੋਂ ਬਾਅਦ ਉਹ ਪਵਿੱਤਰ ਆਤਮਾ ਦੁਆਰਾ ਪੈਦਾ ਹੋਣ ਤੋਂ ਬਾਅਦ ਅਜੇ ਤੱਕ ਵੀ ਉਸਨੇ ਪਵਿੱਤਰ ਆਤਮਾ ਦਾ ਬਪਤਿਸਮਾ ਹਾਸਲ ਨਹੀਂ ਸੀ ਕੀਤਾ। ਪਰ ਬੋਲੇ ਹੋਏ ਵਚਨ ਦੁਆਰਾ ਉਹਦਾ ਸਹੀ ਜਨਮ ਹੋਇਆ ਸੀ ਅਤੇ ਉਹ ਬੁੱਧ, ਗਿਆਨ ਅਤੇ ਸਮਝ ਦੇ ਵਿੱਚ ਵੱਧਦਾ ਗਿਆ, ਇੱਥੋਂ ਤੱਕ ਕਿ ਉਸਨੇ ਜਾਜਕਾਂ ਦੇ ਕੋਲੋਂ ਸਵਾਲ ਪੁੱਛੇ ਅਤੇ ਉਹ ਉਹਦਾ ਉੱਤਰ ਨਾ ਦੇ ਸਕੇ ਅਤੇ ਉਹ ਬੜੇ ਹੈਰਾਨ ਹੋਏ। ਪਰ ਕਈ ਸਾਲਾਂ ਬਾਅਦ ਜਦ ਇੱਕ ਦਹਾਕਾ ਬੀਤ ਗਿਆ ਅਤੇ ਦੂਜਾ ਦਹਾਕਾ ਬੀਤ ਗਿਆ, ਫਿਰ ਤੀਜਾ ਦਹਾਕਾ ਬੀਤ ਗਿਆ, ਪਰ ਉਹਨੇ ਹਾਲੇ ਤੱਕ ਵੀ ਪਰਮੇਸ਼ਰ ਦੀ ਮੋਹਰ ਨੂੰ ਹਾਸਲ ਨਹੀਂ ਕੀਤਾ। ਪਰ ਉਸ ਕੋਲ ਵਚਨ ਸੀ, ਯਿਸੂ ਕੋਲ ਵਚਨ ਸੀ ਅਤੇ ਉਸਨੇ ਵਚਨ 'ਤੇ ਵਿਸ਼ਵਾਸ ਕੀਤਾ ਅਤੇ ਉਸਨੇ ਆਪਣੇ ਪਿਤਾ ਪਰਮੇਸ਼ਰ ਦੇ ਉੱਪਰ ਭਰੋਸਾ ਰੱਖਿਆ। ਪਰ ਅਜੇ ਤੱਕ ਵੀ ਉਸਨੇ ਪਵਿੱਤਰ ਆਤਮਾ ਦੀ ਮੋਹਰ ਨੂੰ ਹਾਸਲ ਨਹੀਂ ਸੀ ਕੀਤਾ। ਉਸਨੇ ਕੋਈ ਨਿਸ਼ਾਨ ਤੇ ਅਚੰਭੇ ਕੰਮ ਨਹੀਂ ਕੀਤੇ, ਨਾ ਹੀ ਉਸਨੇ ਕੋਈ ਚਮਤਕਾਰ ਕੀਤੇ। ਮੁਸ਼ਕਲ ਨਾਲ ਹੀ ਕਿਸੇ ਨੇ ਉਸ ਨੂੰ ਪਰਮੇਸ਼ਰ ਦਾ ਜਾਣ ਕਰਕੇ, ਪਰਮੇਸ਼ਰ ਦਾ ਬੰਦਾ ਜਾਣ ਕੇ, ਮਸੀਹ ਜਾਣ ਕੇ ਅਤੇ ਪਰਮੇਸ਼ਰ ਆਦਮੀ ਦੇ ਅੰਦਰ ਛੁਪਿਆ ਹੋਇਆ ਹੈ ਕਰਕੇ ਜਾਣਿਆ ਹੋਵੇ। ਨਹੀਂ, ਪਰ ਉੱਥੇ ਇੱਕ ਸਮਾਂ ਆਇਆ ਜਦੋਂ ਉਹ ਯਰਦਨ ਨਦੀ ਤੇ ਉੱਪਰ ਗਿਆ। ਪਰਮੇਸ਼ਰ ਦੇ ਬੱਚਿਓ, ਹਾਂ, ਅਤੇ ਖੁਸ਼ਖਬਰੀ ਤੇ ਵਿਸ਼ਵਾਸ ਕਰਨ, ਪਰਮੇਸ਼ਰ ਤੇ ਵਿਸ਼ਵਾਸ ਕਰਨ ਅਤੇ ਵਚਨ ਤੇ ਵਿਸ਼ਵਾਸ ਕਰਨ ਦੇ 30 ਸਾਲ ਬਾਅਦ ਉਹ ਯਰਦਨ ਨਦੀ ਤੇ ਗਿਆ ਅਤੇ ਇਸ ਬਾਰੇ ਸਪਸ਼ਟ ਤੌਰ ਤੇ ਮਤੀ ਦੀ ਇੰਜੀਲ 3 ਅਧਿਆਇ ਦੇ ਵਿੱਚ ਅਤੇ ਹੋਰਨਾਂ ਇੰਜੀਲਾਂ ਦੇ ਵਿੱਚ ਲਿਖਿਆ ਹੈ ਕਿ ਪਵਿੱਤਰ ਆਤਮਾ ਉਹਦੇ ਉੱਪਰ ਆਇਆ ਤੇ ਉਸਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਅਤੇ ਪਵਿੱਤਰ ਆਤਮਾ ਉਹਨੂੰ ਉਜਾੜ ਵਿੱਚ ਲੈ ਗਿਆ ਅਤੇ ਉੱਥੇ ਉਸਨੇ ਸ਼ੈਤਾਨ ਦੇ ਪਰਤਾਵਿਆਂ ਦਾ ਸਾਹਮਣਾ ਕੀਤਾ ਅਤੇ ਪਵਿੱਤਰ ਆਤਮਾ ਨਾਲ ਜੋ ਉਹਦੇ ਕੋਲ ਸੀ ਅਤੇ ਪਰਮੇਸ਼ਰ ਦੇ ਵਚਨ ਦੇ ਨਾਲ ਜੋ 30 ਸਾਲ ਪਹਿਲਾਂ ਉਸਦੇ ਕੋਲ ਸੀ, ਉਹਦੇ ਨਾਲ ਉਹਨੇ ਸ਼ੈਤਾਨ ਦਾ ਸਾਹਮਣਾ ਕੀਤਾ। ਵਿਸ਼ਵਾਸੀਓ, ਕੀ ਸਾਨੂੰ ਸ਼ੈਤਾਨ ਦਾ ਸਾਹਮਣਾ ਕਰਨ ਵਾਸਤੇ ਪਵਿੱਤਰ ਆਤਮਾ ਦੀ ਲੋੜ ਨਹੀਂ? ਮੈਂ ਇਹਦਾ ਵਿਸ਼ਵਾਸ ਕਰਦਾ ਹਾਂ ਅਤੇ ਇਹ ਮੇਰਾ ਮੰਨਣਾ ਹੈ ਕਿ ਇਸ ਘੜੀ ਵਿੱਚ ਉਹਨਾਂ ਸਾਰੀਆਂ ਬਿਮਾਰੀਆਂ ਅਤੇ ਸਾਰਿਆਂ ਪਰਤਾਵਿਆਂ, ਸਤਾਵਾਂ ਨੂੰ ਪ੍ਰਕਾਸ਼ੀ ਪੋਥੀ 13ਵੇਂ ਅਧਿਆਇ ਦੇ ਅਨੁਸਾਰ ਝੱਲਣ ਦੇ ਲਈ ਇਕੱਲਾ ਵਚਨ ਹੀ ਸਾਡੀ ਮਦਦ ਨਹੀਂ ਕਰ ਸਕਦਾ ਹੈ, ਪਰ ਸਾਨੂੰ ਆਪਣੀ ਜਾਨ ਦੇ ਅੰਦਰ ਇਸ ਵਚਨ ਨਾਲੋਂ ਵੀ ਵੱਧ ਕੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਅਤੇ ਇਹਨੂੰ ਅਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਆਖਦੇ ਹਾਂ। ਕੀ ਤੁਸੀਂ ਬਾਈਬਲ ਦੀ ਉਸ ਲਿਖਤ ਨੂੰ ਨਜ਼ਰ ਅੰਦਾਜ਼ ਕਰੋਗੇ ਕਿ ਪਵਿੱਤਰ ਆਤਮਾ ਨੇ ਉਸ ਦੀ ਮਾਂ ਦੇ ਉੱਪਰ ਸਾਇਆ ਕੀਤਾ ਅਤੇ ਉਹ ਬੋਲੇ ਹੋਏ ਵਚਨ ਦੁਆਰਾ ਉਸ ਦਾ ਸਹੀ ਜਨਮ ਹੋਇਆ ਅਤੇ ਇਸ ਤੋਂ ਬਾਅਦ ਯਿਸੂ ਨੂੰ 30 ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ ਅਤੇ ਜਦੋਂ ਉਹ ਪੈਦਾ ਹੋਇਆ ਸੀ ਉਹਦੇ ਕੋਲ ਪਵਿੱਤਰ ਆਤਮਾ ਸੀ, ਪਰ ਉਹਦੇ ਕੋਲ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਸੀ, ਨਾ ਹੀ ਪਰਮੇਸ਼ਰ ਦੀ ਮੋਹਰ ਸੀ। ਅਤੇ ਇਹੀ ਉਹ ਚੀਜ਼ ਹੈ ਜੋ ਅੱਜ ਲੋਕਾਂ ਨੂੰ ਧੋਖਾ ਦੇ ਰਹੀ ਹੈ। ਉਹ ਪਵਿੱਤਰ ਆਤਮਾ ਦੇ ਮਹਾਨ ਬਪਤਿਸਮੇ ਨੂੰ ਪਵਿੱਤਰ ਆਤਮਾ ਦੇ ਮਸਾ ਤੋਂ ਵੱਖਰਾ ਨਹੀਂ ਕਰ ਸਕਦੇ, ਪਰ ਸਾਨੂੰ ਸੂਝਵਾਨ ਲੋਕ ਹੋਣਾ ਚਾਹੀਦਾ ਹੈ। ਪਰਮੇਸ਼ਰ ਦੇ ਮਸਾ ਕੀਤੇ ਹੋਏ ਸੇਵਕਾਂ ਨੂੰ ਸੁਣਨ ਤੋਂ ਬਾਅਦ ਸਾਨੂੰ ਬਿਹਤਰ ਸਮਝ ਵਾਲੇ ਲੋਕ ਹੋਣਾ ਚਾਹੀਦਾ ਹੈ। ਇੱਕ ਮਹਾਨ ਆਦਮੀ ਜਿਸ ਨੇ ਸਾਡੇ ਨਾਲ ਇਹ ਸਮਝਣ ਦੇ ਲਈ ਗੱਲ ਕੀਤੀ ਕਿ ਜਨਮ ਇੱਕ ਗੱਲ ਹੈ, ਜਿਵੇਂ ਯਿਸੂ ਨੇ ਪਹਿਲਾਂ ਜਨਮ ਲਿਆ ਅਤੇ ਸਹੀ ਜਨਮ ਲੈਣ ਤੋਂ ਬਾਅਦ ਦੂਜਾ ਲੇਖ ਹੈ ਪਰਮੇਸ਼ਰ ਦੀ ਸਾਮਰਥ, ਪਵਿੱਤਰ ਆਤਮਾ ਦਾ ਬਪਤਿਸਮਾ। ਉਦਾਹਰਨ ਦੇ ਵਜੋਂ ਜਿੱਦਾਂ ਇਹ ਯਿਸੂ ਕੋਲ ਸੀ, ਅਤੇ ਦੂਜੀ ਉਦਾਹਰਨ ਪੈਂਤੇਕੋਸਤ ਦੇ ਦਿਨ ਵਰਗੀ ਹੈ। ਉਹਨਾਂ ਨੇ ਪਹਿਲਾਂ ਵਚਨ ਪ੍ਰਾਪਤ ਕੀਤਾ ਅਤੇ ਉਹ ਵਚਨ ਦੁਆਰਾ ਨਵੇਂ ਸਿਰੋਂ ਪੈਦਾ ਹੋਏ ਅਤੇ ਤਦ ਪਰਮੇਸ਼ਰ ਦੀ ਮਹਾਨ ਮੋਹਰ ਉਹਨਾਂ ਦੇ ਉੱਪਰ ਆਈ ਅਤੇ ਉਹਨਾਂ ਸਾਰਿਆਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ। ਹਾਂ, ਉਹਨਾਂ ਕੋਲ ਪਹਿਲਾਂ ਪਵਿੱਤਰ ਆਤਮਾ ਸੀ, ਪਰ ਉਹਨਾਂ ਦੇ ਕੋਲ ਪੈਂਤੇਕੋਸਤ ਦੇ ਦਿਨ ਵਾਂਗ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਸੀ। ਮੈਨੂੰ ਇਹ ਕਹਿਣ 'ਤੇ ਅਫਸੋਸ ਹੈ, ਪਰ ਇੱਕ ਆਦਮੀ ਕੋਲ 20ਵੀਂ ਸਦੀ ਦੇ ਮਹਾਨ ਜਾਣੇ ਜਾਂਦੇ ਪ੍ਰਚਾਰਕਾਂ ਵਾਂਗ ਪਵਿੱਤਰ ਆਤਮਾ ਹੋ ਸਕਦਾ ਹੈ ਅਤੇ ਉਹ ਨਿਸ਼ਾਨ, ਅਚੰਭੇ, ਕਰਾਮਾਤਾਂ ਕਰ ਸਕਦੇ ਹਨ ਅਤੇ ਇੱਕ ਘਰ ਬਣਾਉਣ ਅਤੇ ਕਹਿਣ ਕਿ ਇਹ ਇੱਕ ਖਾਸ ਭਰਾ ਦਾ ਘਰ ਅਤੇ ਇਹ ਇੱਕ ਖਾਸ ਭਰਾ ਦਾ ਘਰ ਹੈ ਅਤੇ ਉਹ ਇਸ ਖਾਸ ਭਰਾ ਦਾ ਘਰ ਹੈ ਅਤੇ ਉਹ ਪਵਿੱਤਰ ਆਤਮਾ ਦੇ ਮਹਾਨ ਬਪਤਿਸਮੇ ਅਤੇ ਪਰਮੇਸ਼ਰ ਦੀ ਮੋਹਰ ਤੋਂ ਖੁੰਝ ਜਾਂਦੇ ਹਨ ਅਤੇ ਫਿਰ ਮੁੜਦੇ ਹਨ ਅਤੇ ਪਰਮੇਸ਼ਰ ਦੇ ਮਸਾ ਕੀਤੇ ਹੋਏ ਵਚਨ ਦਾ ਇਨਕਾਰ ਕਰਦੇ ਹਨ ਅਤੇ ਇੱਥੋਂ ਤੱਕ ਉਹ ਕਹਿੰਦੇ ਹਨ ਕਿ ਇਹ ਵਚਨ ਪਰਮੇਸ਼ਰ ਦੇ ਵੱਲੋਂ ਨਹੀਂ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਕਹਾਣੀ ਨੂੰ ਜਾਣਦੇ ਹੋ
ਤੇ ਮੈਂ ਇਹਨੂੰ ਵਿਸਥਾਰ ਨਾਲ ਨਹੀਂ ਦੱਸਾਂਗਾ। ਪਰ ਇਹ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਦਾਸ ਦੁਆਰਾ ਸਥਾਪਿਤ ਕੀਤਾ ਗਿਆ ਹੈ ਕਿ ਦੁਬਾਰਾ ਜਨਮ ਲੈਣਾ ਇੱਕ ਲੇਖ ਹੈ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਇਹ ਇੱਕ ਦੂਜਾ ਹੀ ਆਰਟੀਕਲ ਹੈ। ਭਾਈਓ ਵਿਸ਼ਵਾਸੀਓ, ਜੇਕਰ ਤੁਸੀਂ ਗਲਤ ਜਾ ਰਹੇ ਹੋ ਅਤੇ ਲੋਕਾਂ ਨੂੰ ਇਹ ਝੂਠ ਦੱਸ ਰਹੇ ਹੋ ਕਿ ਤੁਹਾਡੇ ਕੋਲ ਪਵਿੱਤਰ ਆਤਮਾ ਹੈ ਅਤੇ ਅਸੀਂ ਰੈਪਚਰ ਵਿੱਚ ਜਾਣ ਲਈ ਤਿਆਰ ਹਾਂ ਅਤੇ ਅਸੀਂ ਉਹਨਾਂ ਲੋਕਾਂ ਵਾਂਗ ਸੁਰੱਖਿਅਤ ਹਾਂ ਜੋ ਕਿ ਉਸ ਸਮੇਂ ਗੋਸ਼ਨ ਦੇ ਵਿੱਚ ਸਨ, ਪਰਮੇਸ਼ਰ ਦੇ ਪਿਆਰੇ ਸੰਤੋ, ਪਿਆਰੇ ਭਰਾਵੋ ਅਤੇ ਪਿਆਰੇ ਸੇਵਾਦਾਰੋ, ਤੁਸੀਂ ਗਲਤ ਹੋ ਸਕਦੇ ਹੋ। ਤਦ ਇਹ ਵੱਡੀ ਬਿਪਤਾ ਸਾਡੇ ਵੱਲ ਮੁੜ ਸਕਦੀ ਹੈ ਅਤੇ ਸਾਨੂੰ ਇਸ ਸੱਚਾਈ ਨੂੰ ਸਵੀਕਾਰ ਕਰਨ ਵਾਸਤੇ ਪ੍ਰੇਰਿਤ ਕਰ ਸਕਦੀ ਹੈ ਕਿ ਸਾਡੇ ਕੋਲ ਇੱਦਾਂ ਨਹੀਂ ਹੈ ਕਿ 91 ਜ਼ਬੂਰ ਸਾਡੇ ਦਰਮਿਆਨ ਹੈ ਅਤੇ ਅਸੀਂ ਅੱਜ ਸੁਰੱਖਿਅਤ ਹਾਂ। ਨਹੀਂ ਵਿਸ਼ਵਾਸੀਓ, ਆਓ ਅਸੀਂ ਆਪਣੇ ਗੋਡਿਆਂ ਭਾਰ ਹੋਈਏ ਅਤੇ ਪ੍ਰਾਰਥਨਾ ਕਰੀਏ ਅਤੇ ਸਰਵ ਸ਼ਕਤੀਮਾਨ ਪਰਮੇਸ਼ਰ ਤੋਂ ਭੀਖ ਮੰਗੀਏ ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਹਰ ਇੱਕ ਰੂਪ ਵਿੱਚ ਸਾਡੀ ਰੱਖਿਆ ਕਰੇ। ਪਰਮੇਸ਼ਵਰ ਦੇ ਦਾਸਾਂ ਅਤੇ ਬੱਚਿਆਂ ਅਤੇ ਬੇਸ਼ਕੀਮਤੀ ਭਰਾਵਾਂ ਦੇ ਉੱਤੇ ਪ੍ਰਭੂ ਦੀਆਂ ਬਰਕਤਾਂ ਹੋਣ। ਆਮੀਨ, ਆਮੀਨ।